हेलो स्टूडेंट साडा क्लास 11 का मोशन देखिए चैप्टर का वेलोसिटी एक्सेलरेशन एंड काइनेटिक्स इन 2D ਦੀਆਂ ਸੀਨੀਅਰ ਬੇਸਿਕ ਮੈਡੀਕਲ ਪ੍ਰੋਬਲਮ ਕਰ ਦਿੱਤਾ ਹੈ ਜਿੱਦੀ ਸਾਡੀ ਇੱਕ ਕਿਰਨ ਮੈਡੀਕਲ ਪ੍ਰੋਬਲਮ ਪਹਿਲੀ ਵੀਡੀਓ ਕਰ ਲਈ ਹੈ ਲਾਸਟ ਵਾਰ ਸਾਡੀ ਆਈ ਦੀ ਮੈਡੀਕਲ ਪ੍ਰੋਬਲਮ ਹੈ ਜਿਹੜੀ ਸਾਡੇ वेलोसिटी एक्सेलरेशन एंड काइनेटिक्स इन 2D ਟੌਪਿਕਸ ਦੇ ਨਾਲ ਰਿਲੇਟਡ ਹੈ। ਇਹਦੇ ਵਿੱਚ ਦੇਖੋ ਜੀ ਮੇਰੇ ਕੋਲ ਯੂ ਆਈ ਦਿੱਤਾ ਮੀਨਸ ਇਹ ਸਾਡੇ ਕੋਲ ਇਨੀਸ਼ੀਅਲ वेलोसिटी ਦਿੱਤੀ ਹੈ और जी इनिशियल वेलोसिटी कितनी दी है जी 2 i कैप मीटर पर सेकंड है और उसके बाद सारी एक्सेलरेशन दी है वेक्टर फॉर्म दे विच i कैप प्लस v j कैप मीटर पर सेकंड से उसके बाद देखो जी इफ x कोऑर्डिनेट इज 30 मीटर x कोऑर्डिनेट 30 मीटर है और y नहीं कैलकुलेट करता हूं उसके बाद स्पीड एट दिस टाइम ये टाइम पे स्पीड दी है और ये सारी चीजें कैलकुलेट करनी है और इसके वास्ते देखो ये चीज ये बहुत बार सीख कर सकते हैं। अगर सारी एक्स डायरेक्शन में एक्स डायरेक्शन आते हैं आई कैप यूज करते हैं वाई डायरेक्शन आते हैं जे कैप यूज करते हैं और जेड डायरेक्शन आते हैं के कैप यूज करते हैं और ਇਹਦੇ ਵਿੱਚ ਦੇਖੋ ਜੀ ਹੁਣ ਕੀ ਹੋਊਗਾ ਅਸੀਂ ਪਹਿਲਾਂ ਇਹ ਗਿਵਨ ਡਾਟਾ ਦੇਖ ਲੈਂਦੇ ਹਾਂ। ਦੇਖੋ ਜੀ ਅਗਰ आई कैप ਹੋਵੇ ਤੇ x ਹੁੰਦੀ ਹੈ ਮੀਨਸ ਸਾਡਾ ਜਿਹੜਾ ui ਹੈ ਉਹ ਕਿਹੜੀ ਡਾਇਰੈਕਸ਼ਨ ਤੇ ਲਾਈ ਕਰਦਾ ਪਿਆ x ਡਾਇਰੈਕਸ਼ਨ ਤੇ ਲਾਈ ਕਰਦਾ ਪਿਆ ਔਰ ਇਹਦੇ ਵਿੱਚ ਇਹ ਲਿਖਦਾ ਕਿ ਸਰ ਇਹਨੂੰ ux ਲਿਖਦਾ ਹੈ ui ਨੂੰ x ਲਿਖਦਾ ਹੈ x ਫਾਰਮ ਦੇ ਵਿੱਚ ਲਿਖਦਾ ਹੈ ux ਦੇ ਨਾਲ ਸਾਡੇ ਕੋਲ ਇਹਦੇ ਵਿੱਚ ਕਿੰਨਾ ਹੈ 2 और 2 i कैप इन 2 ਉਹ i कैप ਸਾਡੀ x ਡਾਇਰੈਕਸ਼ਨ ਦੀ ਹੈ। ਉਸ ਤੋਂ ਬਾਅਦ 2 y ਦੀ ਗੱਲ ਕਰ ਲਓ ਕਿ ਜਿਹੜੀ ਇਨੀਸ਼ੀਅਲ वेलोसिटी ਸਾਡੀ y ਡਾਇਰੈਕਸ਼ਨ ਦੀ ਕਿੰਨੀ ਹੈ ਸੋ y ਡਾਇਰੈਕਸ਼ਨ ਦੇ ਵਿੱਚ ਸਾਨੂੰ ਇਨੀਸ਼ੀਅਲ वेलोसिटी पता ही नहीं क्योंकि इनिशियल वेलोसिटी सिर्फ ਸਾਨੂੰ ਇੱਕ ਡਾਇਰੈਕਸ਼ਨ ਦਿੱਤੀ ਹੈ ਨਾ ਕਿ y ਡਾਇਰੈਕਸ਼ਨ ਸਾਨੂੰ ਦਿੱਤੀ ਨਹੀਂ ਹੈ। ਕੋਈ i कैप ਦਿੱਤੀ ਹੈ j कैप ਨਹੀਂ ਹੈਗੀ ਨਹੀਂ y ਡਾਇਰੈਕਸ਼ਨ ਸਾਨੂੰ ਪਤਾ 0 ਆ ਗਈ। ਉਸ ਤੋਂ ਬਾਅਦ ਇਦਾਂ ਹੀ ਐਕਸਲਰੇਸ਼ਨ ਦੀ ਗੱਲ ਕਰ ਲਓ एक्सेलरेशन x डायरेक्शन ਦੇ ਵਿੱਚ ਕਿੰਨੀ ਹੈ देखो ये यहां तक यदि वैल्यू को i कैप है मीन 1 है ਇਹਦਾ ਕੋਆਰਡੀनेट ਇਹਦਾ ਕੋਐਫੀਸ਼ੀਐਂਟ 1 है। ਉਸ ਤੋਂ ਬਾਅਦ ਦੇਖੋ ਜੀ एक्सेलरेशन इन y डायरेक्शन ਦੇ ਵਿੱਚ ਕਿਉਂਕਿ j कैप ਦੇ ਨਾਲ ਇਹ ਜਿਹੜੀ j कैप ਹੈ ਉਹ ਕਿਹੜੇ ਐਕਸਿਸ ਤੇ ਲਾਈ ਕਰਦੀ ਹੈ y कैप ਦੇ ਵਿੱਚ ਸੋ ਇੱਥੇ i कैप ਵੀ ਹੈਗਾ ਪਰ x डायरेक्शन ਦੇ ਵਿੱਚ ਵੀ ਹੈਗੀ ਹੈ ਔਰ j कैप ਵੀ ਹੈਗਾ ਵੀ y डायरेक्शन ਦੇ ਵਿੱਚ ਵੀ एक्सेलरेशन ਹੈਗੀ ਹੈ। ਸੋ ਇੱਥੇ ਵੀ ਆ a y ਸਾਡਾ ਕਿੰਨਾ ਆ ਗਿਆ ए वाई देखो तो ਇਹਦਾ ਆਪਣਾ ਕੋਐਫੀਸ਼ੀਐਂਟ ਹੈਗਾ 3 ਸੋ ए वाई ਦਾ ਲੱਗਣਾ ਆ ਗਿਆ 3 तो एक्सेलरेशन सम x डायरेक्शन की मिल गई y की मिल गई क्योंकि i कैप भी है j कैप भी है i कैप मींस x डायरेक्शन j कैप मीन y डायरेक्शन। सो ਉਸ ਤੋਂ ਬਾਅਦ ਦੇਖੋ ਜੀ ਅਸੀਂ ਇਹਦੇ ਵਿੱਚ ਇਕੁਏਸ਼ਨ ਯੂਜ਼ ਕਰਦੇ ਨੇ ਮੈਂ ਇਕੁਏਸ਼ਨ ਦਾ ਕਰਵਾਈ ਹੋਏਗਾ ਕਿ ਸਾਡੇ ਕੋਲ ਇਨੀਸ਼ੀਅਲ वेलोसिटी ਦੀ ਇੱਕ ਇਕੁਏਸ਼ਨ ਹੁੰਦੀ ਹੈ ਉਹ ਇਕੁਏਸ਼ਨ ਹੈਗੀ ਹੈ ਸਾਡੇ ਕੋਲ v equal to ut plus half 80 square ये वाली इक्वेशन है पिछले जो पिछली की ना अपनी पिछली बल्कि पिछले लेक्चर ਦੇ ਵਿੱਚ ਹੀ ਪੜ੍ਹ ਚੁੱਕੇ ਹਾਂ। ਸੋ ਇਹਦੇ ਵਿੱਚ ਦੇਖੋ ਜੀ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਤੁਹਾਨੂੰ ਇਹ ਫਾਰਮ ਤੇ ਲਿਖਣਾ x ਡਾਇਰੈਕਸ਼ਨ ਦੇ ਵਿੱਚ ਨੋਟ ਕਰਨਾ ਵਾ। ਸੋ x ਡਾਇਰੈਕਸ਼ਨ ਵਾਸਤੇ ਮੈਂ ਕਿੰਨਾ ਨੋਟ ਕਰੂੰਗਾ ਇੱਕ ਮਿੰਟ ਇਹ ਵੀ ਆਪਾਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ। x डायरेक्शन में वास्तव में क्या होगा जी ਇਹਦੀ ਜਗ੍ਹਾ ਤੇ ਆਏਗਾ ਸਾਡੇ ਕੋਲ x ਇਹਦੀ ਜਗ੍ਹਾ ਤੇ ਆਏਗਾ ux और टाइम ਜਿਹੜਾ ਉਹ ਇੰਡੀਪੈਂਡੈਂਟ ਹੋ ਜਿਹੜੀ ਡਾਇਰੈਕਸ਼ਨ b ਉਹਦਾ ਮਤਲਬ ਹੁੰਦਾ। ਉਸ ਤੋਂ ਬਾਅਦ ਹਾਫ ਆ ਗਿਆ ਐਕਸਲਰੇਸ਼ਨ ਜਿਹੜੀ ਆ ਜੀ ax ਫਾਰਮ ਦਾ ਜੀ ਔਰ t ਫਿਰ ਸਾਡਾ ਇੰਡੀਪੈਂਡੈਂਟ ਔਰ ਟਾਈਮ ਇਹ ਡਾਇਰੈਕਸ਼ਨ ਦੇ ਵਿੱਚ ਕੋਈ x y ਦਾ ਮਤਲਬ ਨਹੀਂ ਕਰਦਾ। ਸੋ x ਫਾਰਮ ਦੇ ਵਿੱਚ ਸਾਡੀ ਜਿਹੜੀ ਇਹ ਵਾਲੀ ਇਕੁਏਸ਼ਨ ਹੈ ਸੋ ਇਹਦੇ ਵਿੱਚ ਵੈਲਿਊ ਪੁੱਟ ਅਪ ਕਰਾਂਗੇ। ਦੇਖੋ ਸਾਡੀ x ਦੀ ਵੈਲਿਊ ਕਿੰਨੀ ਹੈ x कोऑर्डिनेट ਦੀ ਵੈਲਿਊ ਸਾਡੇ ਕੋਲ 30 मीटर तो ਇਹਦੇ ਵਿੱਚ 30 मीटर ਦੇ ਏਰੀਆ ਦਾ ਪੁੱਟ ਕਰਤਾ और ਉਸ ਤੋਂ ਬਾਅਦ ਦੇਖੋ ux ਦੀ ਵੈਲਿਊ ਸਾਡੇ ਕੋਲ ਕਿੰਨੀ ਹੈ 2 ਹੀ ਸੋ ਇਹ 2 ਨੋਟ ਕਰ ਦੋ और ਉਸ ਤੋਂ ਬਾਅਦ ਟਾਈਮ ਦੇਖੋ ਤੁਹਾਨੂੰ ਪਤਾ ਤੁਹਾਡੇ ਕੋਲ ਟਾਈਮ ਹੈਗਾ ਹੀ ਨਹੀਂ ਸੋ ਇੱਥੇ ਟਾਈਮ ਜਿਹੜਾ ਵਾ 3 ਨੋਟ ਕਰ ਦਿੰਦਾ ਹੈ और ਉਸ ਤੋਂ ਬਾਅਦ ਪਲੱਸ ਦਾ ਸਾਈਨ ਹੈ ਫਿਰ ਨਾਲ ਦੇ ਹਾਫ ਹੈ ਹਾਫ ਨੋਟ ਕਰ ਦੋ और ਉਸ ਤੋਂ ਬਾਅਦ ਦੇਖੋ ax ਦੀ ਵੈਲਿਊ ਕਿੰਨੀ ਹੈ ax ਦੀ ਵੈਲਿਊ ਸਾਡੇ ਕੋਲ 1 ਹੈ ਸੋ ਇੱਥੇ 1 ਨੋਟ ਕਰ ਦੋ और ਉਸ ਤੋਂ ਬਾਅਦ टाइम ਜਿਹੜਾ ਉਹ ਸਾਡੇ ਕੋਲ ਫੇਰ ਵੀ ਹੈਗਾ ਸੋ ਇੱਥੇ टाइम ਜਿਹੜਾ ਹੈ ਇਹਦਾ ਸਕੇਲਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਦੇਖੋ ਜੀ ਡੈਮੋ ਪੈਟਰਨ ਨੋਟ ਕਰ ਲਾਂਗੇ ਜਿਹੜਾ ਟਾਈਮ ਹੈ ਉਹਨੂੰ ਅਸੀਂ ਇਦਾਂ ਹੀ ਨੋਟ ਕਰ ਲਾਂਗੇ ਮੀਨਸ 1 ਇਹ ਸਾਡਾ ਐਕਸਲਰੇਸ਼ਨ ਦਾ 1 ਆ ਗਿਆ ਔਰ ਨਾਲ t ਸਕੇਅਰ ਆ ਗਿਆ ਔਰ ਇੱਦਾਂ ਆਪਾਂ ਲਾਈਨ ਬਣਾ ਲਈ ਹੁਣ ਸਪੀਡ ਦੀ ਯੂਜ਼ ਹੋਊਗੀ। ਉਸ ਤੋਂ ਬਾਅਦ ਦੇਖੋ ਜੀ ਇਹਨੂੰ ਸੋਲਵ ਕਰਕੇ ਦੇਖੋ जो सॉल्व करेंगे साढ़े को क्या आ जाएगा ये साढ़ा 30 है
कर लो, ये इतना भी ये क्रॉस मल्टीप्लिकेशन दोनों क्रॉस मल्टीप्लाई करेंगे, ये इतना भी मल्टीप्लाई होगा, इतना भी मल्टीप्लाई होगा। जब इतना मल्टीप्लाई है 60 आ गया, इतना मल्टीप्लाई है 40 आ गया, और इसे 1 ना 1 कितना 1 ही आ गया, और इसे की बात को साढ़े को 1 ना 1 कितना 1 ही आ गया, 1 1 1 और 1 2 3 का t स्क्वायर का कितना t स्क्वायर आ गया, तो इसे कितना t स्क्वायर है, ये साढ़े को इक्वेशन बन गई। उसके बाद देखो जी ये वाली इक्वेशन को इक्वल टू 0 कर दें, जब ये वाली इक्वेशन को इक्वल टू 0 कीता, सॉरी इक्वल टू 0 इधर ही करना, ਜਿਹੜਾ ਤੁਹਾਡਾ 60 ਆ ਲੈਫਟ ਹੈਂਡ ਸਾਈਡ ਤੇ ਰਾਈਟ ਸਾਈਡ ਤੇ ਸ਼ਿਫਟ ਕਰ ਦੋ, ਇਹਦੇ ਪਾਸਾ ਤੋਂ ਜਾ ਕੇ ਮਾਈਨਸ ਹੋ ਜਾਊਗਾ, ਸੋ ਇਕੁਏਸ਼ਨ ਦੀ ਬਣ ਗਈ 4t plus t स्क्वायर और इधर जाके plus 60 इधर जाके minus 60 होगा इक्वल टू 0 होगा। उसके बाद यदि फैक्टराइजेशन कर दो, जो फैक्टर बनावांगे, फैक्टर बनाने से रीअरेंज कर दो इक्वेशन में, t स्क्वायर पहले आ जाएगा, उसके बाद 4t आ जाएगा, और उसके बाद minus 60 आ जाएगा और इक्वल टू 0 आ जाएगा। उसके बाद जब फैक्टर बनाओ, फैक्टर इतना बनाने हैं कि उन्हें मल्टीप्लाई करिए तो 60 आ जाए और माइनस का प्लस करिए तो 4 आ जाए, सो इधर ने फैक्टर बनावांगे, फैक्टर में इधर बन जाएगा t प्लस 10 बन जाएगा, और उसके बाद t माइनस 6 बन जाएगा और इक्वल टू 0 आ जाएगा। उसके बाद देखो जेड़ा t प्लस 10 जेड़ा इक्वल टू 0 करांगे, साडे को t दी वैल्यू कितनी आ गई, इधर उधर जाके हमें -10 आ जाएगा, सो ये माइनस का टाइम पॉसिबल ही नहीं है, ये गलत हो गया, ਇਹਨੂੰ ਇੱਕ ਕਰਕੇ ਵੇਖ ਲਓ, t 6 equal to 0, so t is equal to 6, ਇਹ ਵਾਲਾ ਤੁਹਾਡਾ ਬਿਲਕੁਲ ਸਹੀ ਹੈ, ਜਿਹੜਾ t 6 ਹੈ ਬਿਲਕੁਲ ਸਹੀ, ਇਹ ਵਾਲਾ ਤੁਹਾਡਾ ਬਿਲਕੁਲ ਸਹੀ ਹੈ, ਇਹ ਵਾਲਾ ਗਲਤ ਹੈ, ਕਿਉਂਕਿ ਮਾਈਨਸ ਦੇ ਵਿੱਚ ਟਾਈਮ ਜਿਹੜਾ ਪੋਸੀਬਲ ਹੀ ਨਹੀਂ ਹੈਗਾ। और ਉਸ ਤੋਂ ਬਾਅਦ ਸੋ ਤੁਹਾਡਾ ਮਾਈਨਸ ਦੇ ਵਿੱਚ ਟਾਈਮ ਜਿਹੜਾ ਪੋਸੀਬਲ ਨਹੀਂ, ਇਸ ਕਰਕੇ ਇਹਨੂੰ ਕ੍ਰੋਸ ਕਰਤਾ, ਜਿਹੜਾ ਟਾਈਮ 6 ਆਇਆ ਵਾ ਬਿਲਕੁਲ ਠੀਕ ਹੈ ਅਕੋਰਡਿੰਗ ਟੂ ਦਿਸ ਇਕੁਏਸ਼ਨ। और ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਅਸੀਂ ਹੁਣ y ਵਾਲੀ ਇਕੁਏਸ਼ਨ ਇੱਕ y ਡਾਇਰੈਕਸ਼ਨ ਦੇ ਵਿੱਚ ਇਕੁਏਸ਼ਨ ਲਿਖ ਲੈਂਦੇ ਹਾਂ, ਜਿਵੇਂ x ਡਾਇਰੈਕਸ਼ਨ ਦੇ ਵਿੱਚ ਲਿਖੀ ਹੈ ਇਦਾਂ ਹੀ ਹੁਣ y ਡਾਇਰੈਕਸ਼ਨ ਦੇ ਵਿੱਚ ਸੇਮ ਇਕੁਏਸ਼ਨ ਲਿਖ ਲੈਣੀ ਹੈ, b = ਹਾਫ a ਸਕੁਅਰ। ਸੋ y ਡਾਇਰੈਕਸ਼ਨ ਦੇ ਵਿੱਚ ਕਿੰਨਾ ਆਜੂ ਇਕੁਏਸ਼ਨ ਆਪਾਂ ਨੋਟ ਕਰ ਲੈਂਦੇ ਹਾਂ। ਸੋ y ਡਾਇਰੈਕਸ਼ਨ ਵਾਸਤੇ y ਲਿਖ ਲਓ, ਉਸ ਤੋਂ ਬਾਅਦ ਦੇਖੋ ਜੀ ਜਿੱਥੇ us ਦੇ ਨਾਲ uy ਆ ਜਾਊਗਾ, और ਉਸ ਤੋਂ ਬਾਅਦ ਹਾਫ ਆ ਜਾਊਗਾ, ਉਸ ਤੋਂ ਬਾਅਦ ਫਿਰ ਇੱਥੇ ਤੁਹਾਡਾ ay ਆ ਗਿਆ और ਨਾਲ t स्क्वायर फिर ਐਜ਼ ਇਟ ਆ ਗਿਆ, ਕਿਉਂਕਿ ਜਿਹੜਾ t ਹੈ ਟਾਈਮ ਜਿਹੜਾ ਇੰਡੀਪੈਂਡੈਂਟ ਕਿਹੜੇ ਡਾਇਰੈਕਸ਼ਨ ਦਾ ਬਦਲ ਨਹੀਂ ਹੈ। ਹੁਣ ਅਸੀਂ y ਡਾਇਰੈਕਸ਼ਨ ਦੇ ਵਿੱਚ ਇਹ ਵਾਲੀ ਇਕੁਏਸ਼ਨ ਨੂੰ ਨੋਟ ਕਰ ਲਿਆ। ਹੁਣ y ਡਾਇਰੈਕਸ਼ਨ ਵਾਲੀ ਇਕੁਏਸ਼ਨ ਦੇ ਵਿੱਚ ਦੇਖੋ ਜੀ ਸਾਡੇ ਕੋਲ uy ਦੀ ਵੈਲਿਊ ਕਿੰਨੀ ਹੈ, ਸੋ uy ਦੀ ਵੈਲਿਊ ਸਾਡੇ ਕੋਲ 0 ਹੈ। ਸੋ ਇੱਥੇ ਹੀ ਇਕੁਏਸ਼ਨ ਨੂੰ ਸੋਲਵ ਕਰਦੇ ਹਾਂ, ਜਦੋਂ uy ਦੀ ਵੈਲਿਊ ਪੁੱਟ ਕਰਾਂਗੇ ਇਹਦੇ ਵਿੱਚ ਦੇਖੋ ਜੀ uy ਦੀ ਵੈਲਿਊ 0 ਆ, 0 ਮਲਟੀਪਲਾਈ ਟਾਈਮ ਕਿੰਨਾ ਸਾਡੇ ਕੋਲ, टाइम ਜਿਹੜਾ ਹੋਣੇ ਕੱਢਿਆ 6 ਆ ਟਾਈਮ, और ਉਸ ਤੋਂ ਬਾਅਦ ਹਾਫ, और उसके बाद डाल दिया जी ay की वैल्यू हो कितनी है, सो ay की वैल्यू ही इतने कटी 3, सो इतने वैल्यू आ गई 3, और उसके बाद डाल दिया जी ਉਹਦੇ ਉਸ ਤੋਂ ਬਾਅਦ टाइम की वैल्यू हो कितनी 6 है, सो 6 ਦਾ ਸਕੁਅਰ ਵੀ ਆ ਜਾਊਗਾ ਨਾਲ ਮਲਟੀਪਲਾਈ 6 ਦਾ ਸਕੁਅਰ ਆ ਜਾਊਗਾ। सो देखो जी ਇਹਦੇ ਵਿੱਚ ਇਹ ਵਾਲੀ ਇਕੁਏਸ਼ਨ ਦਾ 0 ਹੋ ਜੂਗੀ, ਕਿਉਂਕਿ 0 ਨਾਲ ਮਲਟੀਪਲਾਈ ਕਰਕੇ ਸਾਰੀ ਇਕੁਏਸ਼ਨ ਜਿਹੜੀਆਂ ਵਾ 0 ਹੋ ਜਾਂਦੀਆਂ ਵਾ, ਸੋ ਇਹ ਵਾਲੀ ਇਕੁਏਸ਼ਨ ਦਾ ਡੀ ਹੋ ਜੂਗੀ 0 ਹੋ ਜੂਗੀ, ਪਰ ਇਧਰ ਵਾਲੀ ਜਿਹੜੀ ਹੈ ਇਹ ਤੁਹਾਡੀ ਸੋਲਵ ਹੋਊਗੀ। 1/2 3 ਆ ਗਿਆ, 6 6 36 ਆ ਗਿਆ, और ਉਸ ਤੋਂ ਬਾਅਦ ਦੇਖੋ ਜੀ ਜਿਹੜਾ 36 ਹੈ ਉਹ ਪੂਰਾ ਕੈਂਸਲ ਨਹੀਂ ਹੋ ਸਕਦਾ, ਤਾਂ ਇਹਨੂੰ ਕੈਂਸਲ ਕਰ ਦੋ, ਕਿੰਨਾ ਆ ਗਿਆ ਇਹਦੇ ਵਿੱਚ ਦੇਖੋ ਇਹ ਆ ਗਿਆ ਤੁਹਾਡਾ 280 ਨਾਲ सॉरी 18 2 और 36 होगा, 18 में 36 होगा ना, सो इसका 36 आ गया, और जेड़ा 18 है वो 20 का मल्टीप्लाई कर दो, तो y सारे को कितना आ गया 54 मीटर आ गया, y जेड़ा सारे को है y कोऑर्डिनेट जेड़ा वो 54 मीटर आ गया। उस तो बाद देखो जी ये वेलोसिटी कटनी है, और वेलोसिटी आके हमारा सिंपल इक्वेशन थी v = u + 80, सो ये वाली इक्वेशन है, और सारी वेक्टर फॉर्म से नोट कर दो, सारी वेक्टर फॉर्म की नोट कर दो। और उसके बाद देखो जी ਇਹਦੇ ਵਿੱਚ देखो v की वैल्यू कितनी है, ਜਿਹੜੀ वेलोसिटी है इनिशियल वेलोसिटी है ना ਸਾਡੇ ਕੋਲ, सो ਸਾਡੇ ਕੋਲ इनिशियल वेलोसिटी कितनी है 2i, सो u की वैल्यू कितनी भरी जाएगी फिर 2i, और ਨਾਲ क्या आएगा ये क्या आएगा 2i i कैप, और प्लस a की वैल्यू हो कितनी एक्सेलरेशन की i कैप और 3 j कैप, ये एक्सेलरेशन की वैल्यू को ये पुट कर दो, सो ये क्या आएगी i कैप प्लस 3 j कैप,
इक्वेशन ਦੇ ਟਾਈਮ ਪੁੱਟ ਹੋ ਸਕਦਾ ਔਰ ਉਸ ਤੋਂ ਬਾਅਦ ਦੇਖੋ ਜੀ ਇਹ ਕੱਢਣ ਕੀ ਹੈ ਫਾਈਨਲ ਵੈਲੋਸਿਟੀ ਕੱਢਣਾ ਹੈ ਪਹਿਲਾਂ ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ ਉਸ ਤੋਂ ਬਾਅਦ ਦੇਖੋ ਜੀ ਪਹਿਲਾਂ ਜਿਹੜੀ ਇਹ ਵਾਲੀ ਬ੍ਰੈਕਟ ਹੈ ਬ੍ਰੈਕਟ ਨੂੰ ਸੋਲਵ ਕਰ ਲਓ ਸੋ ਬ੍ਰੈਕਟ ਸੋਲਵ ਕਰਨ ਵਾਸਤੇ ਕੀ ਕਰੋਗੇ देखो 2i कैप एज इट इज आ गया और उसके बाद देखो जी ये 6 से मल्टीप्लाई आ जाएगा 6i कैप और उसके बाद 6 3 यार 18 j कैप ये वाली चीज आई और उसके बाद देखो ये तो i कैप ये 2 सो i कैप 2 ये की बन जाएगा 6 to 8 मींस 8 i कैप और प्लस 18 j कैप ठीक है जी और उसके बाद ये इक्वेशन तो दी आ गई है जी उसके बाद देखो जी ये वाली इक्वेशन का ही करना वा ये वाली इक्वेशन का ही मैग्नीट्यूड कैलकुलेट करना सो मैग्नीट्यूड कितना कैलकुलेट करते हैं अंडर रूट ऑफ सम ऑफ स्क्वायर ऑफ कंपोनेंट सो इनु सॉल्व करने वास्ते इधर की स्पेस में ये वाली घटा लेना मैं इक्वेशन सो इनु मैं रब कर देना सो इधर सॉल्व करूंगा मैं और इधर नाल ये का डाटा मैजिकल जेड़ा ये खत्म हो जाएगा और देखो जी इसे मैं सॉल्व कर लगा प्लीज ध्यान दें ये वाले स्टेप तो बाद इधर करूंगा पर देखो जी आ गया सारे को जेड़ा दी है इनको मैं मैग्नीट्यूड फॉर्म में सॉल्व करूंगा और इधर आपके फार्मूला लिखेगा कोएफिशिएंट 8 है i कैप साडा x एक्सिस में लाई करता है और j कैप साडा y एक्सिस में लाई करता है इधर जो कोएफिशिएंट देखो i कैप का 8 है और j कैप का 18 है सो फार्मूला की बतावा मैग्नीट्यूड करने वास्ते अंडर रूट ऑफ सम ऑफ स्क्वायर ऑफ कंपोनेंट तो इथे देखो जी अंडर रूट बनाया है सम ऑफ स्क्वायर ऑफ कंपोनेंट 8 का स्क्वायर प्लस 18 का स्क्वायर और उसके बाद देखो जी इनको इक्वल टू बाय कितने लिख देना है 8 का स्क्वायर कितना आया 64 और 18 का आ गया सारे को 324 और उसके बाद इनको प्लस कर दो प्लस करके आ गया 388 और उसके बाद जब पूरा सॉल्व कर लोगे साढ़े को b जेड़ा वा वो आ गया 19.69 मीटर पर सेकंड ये साडा आ गया जी साडी फाइनल वेलोसिटी आ गई है और उसके बाद अही दा एंगल करना एंगल ऑफ द फार्मूला साडा कि टाइप ऑफ एंगल का फार्मूला हम tan थीटा करते हैं tan थीटा इज इक्वल टू पहला आप y की गल कर लेनी है और उसके बाद x की गल कर लेनी है हुन देखो ये जेड़ा साडा y है y की वैल्यू कितनी आई साडे कोल y की वैल्यू आई साडे कोल y की वैल्यू बनी कड्डी इथे सॉल्व करके साडे कोल 18 वैल्यू आई y की हां आ देखो इथे y की वैल्यू 18 है क्योंकि j कैप जेड़ा y डायरेक्शन अप्लाई करता है 18 है और x डायरेक्शन i कैप x डायरेक्शन अप्लाई करता है x की वैल्यू 8 है सो इथे क्या आएगा 18/8 सो इन्हें डिवाइड करके साडे कोल की आ गया डिवाइड करके साडे कोल आ गई 2.25 80 को 8 बार डिवाइड करो साडे को आ गया 2.25 और हम थीटा की वैल्यू देख दिया तो थीटा का इतना रहेगा जेड़ा tan उधर जाएगा जो tan इधर मल्टीप्लाई का उधर जाके डिवाइड कर दूंगा और ऊपर लेके जाओगे ड्यू टू एक्सपोनेंट इक्वेशन tan का ऊपर जाके tan इनवर्स हो जाता है सो साडा बनता है कि tan इनवर्स और नाल क्या आएगा कि 2.25 और जब ये वैल्यू कैलकुलेट करेंगे साडे को थीटा जेड़ा आ गया थीटा साडे को आ गया 66.03 जहां पर और आगे देख लो थीटा इज इक्वल टू 66 डिग्री साडे को जेड़ा एंगल आ गया वो कितना आ गया जी 66 डिग्री भावे इनु ले लो भावे दोवें आंसर है 66.03 डिग्री आऊगा जहां पर इनु 03 राउंड ऑफ कर दो और राउंड ऑफ एरर